ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਪਿਛਲੇ ਵੀਡੀਓਜ਼ ਦੇ ਵਿੱਚ ਪਾਈਥਨ ਦੇ ਬਾਰੇ ਦੱਸਿਆ ਹੈ ਕਿ ਪਾਈਥਨ ਦਾ ਜਿਹੜਾ ਪ੍ਰੋਗਰਾਮ ਹੈ ਦੋ ਤਰ੍ਹਾਂ ਦੇ ਪ੍ਰੋਗਰਾਮਿੰਗ ਮੋਡ ਦੇ ਵਿੱਚ ਐਗਜ਼ੀਕਿਊਟ ਕੀਤਾ ਜਾ ਸਕਦਾ ਹੈ। ਪਹਿਲਾ ਹੁੰਦਾ ਹੈ ਪਾਈਥਨ ਇੰਟਰੈਕਟਿਵ ਮੋਡ, ਦੂਸਰਾ ਹੈ ਪਾਈਥਨ ਸਕ੍ਰਿਪਟ ਮੋਡ। ਅੱਜ ਆਪਾਂ ਗੱਲ ਕਰਾਂਗੇ ਪਾਈਥਨ ਇੰਟਰੈਕਟਿਵ ਮੋਡ ਦੀ। ਜਿਸ ਤਰ੍ਹਾਂ ਤੁਸੀਂ ਹੈਡਿੰਗ ਪੜ੍ਹ ਰਹੇ ਹੋ ਸਕਰੀਨ ਤੇ, ਯੂਜ਼ਿੰਗ ਪਾਈਥਨ ਐਜ਼ ਏ ਕੈਲਕੂਲੇਟਰ। ਪਹਿਲਾਂ ਆਪਾਂ ਥੋੜ੍ਹਾ ਜਿਹਾ ਦੇਖਦੇ ਹਾਂ। ਦਾ ਇੰਟਰਪ੍ਰੇਟਰ ਐਕਟਸ ਐਜ਼ ਅ ਸਿੰਪਲ ਕੈਲਕੂਲੇਟਰ। You can type an expression at it and it will write the value। ਇਸ ਲਾਈਨ ਦਾ ਮਤਲਬ ਹੈ ਕਿ ਪਾਈਥਨ ਦੇ ਜਿਹੜਾ ਇੰਟਰੈਕਟਿਵ ਮੋਡ ਦੇ ਅੰਦਰ ਇੰਟਰਪ੍ਰੇਟਰ ਨੂੰ ਅਸੀਂ ਕੈਲਕੂਲੇਟਰ ਦੇ ਤੌਰ ਤੇ ਵਰਤ ਸਕਦੇ ਹਾਂ। ਅਸੀਂ ਪਾਈਥਨ ਪ੍ਰੌਂਪਟ ਦੇ ਉੱਪਰ ਕੋਈ ਵੀ ਮੈਥਮੈਟੀਕਲ ਐਕਸਪ੍ਰੈਸ਼ਨ ਲਿਖਾਂਗੇ ਤਾਂ ਉਸ ਦਾ ਰਿਜ਼ਲਟ ਜਿਹੜਾ ਹੈ ਸਾਡੇ ਕੋਲ ਸਕਰੀਨ ਤੇ ਆ ਜਾਏਗਾ। ਐਗਜ਼ਾਮਪਲ ਤੁਸੀਂ ਦੇਖੋ, ਮੈਂ ਪਾਈਥਨ ਪ੍ਰੌਂਪਟ ਜਿਹੜਾ ਕਿ ਟ੍ਰਿਪਲ ਸਾਈਨ ਹੁੰਦੇ ਨੇ ਗ੍ਰੇਟਰ ਦੈਨ ਦੇ, ਉਹਨੂੰ ਅਸੀਂ ਪਾਈਥਨ ਪ੍ਰੌਂਪਟ ਕਹਿੰਦੇ ਹਾਂ। ਉਸ ਦੇ ਉੱਪਰ ਇੱਕ ਐਕਸਪ੍ਰੈਸ਼ਨ ਲਿਖਿਆ ਹੈ 2 + 2 ਅਤੇ ਉਸ ਦਾ ਰਿਜ਼ਲਟ ਮੇਰੇ ਕੋਲੇ 4 ਆ ਗਿਆ ਹੈ। ਉਸੇ ਤਰ੍ਹਾਂ ਹੀ ਇੱਕ ਅਗਲਾ ਐਕਸਪ੍ਰੈਸ਼ਨ ਲਿਖਿਆ ਹੈ ਪਾਈਥਨ ਪ੍ਰੌਂਪਟ ਤੇ 50 - 5 × 6। ਪਹਿਲਾਂ 5 × 6 30 ਹੋਏਗਾ ਔਰ 30 ਜਿਹੜਾ ਹੈ 50 ਦੇ ਵਿੱਚੋਂ ਮਾਈਨਸ ਹੋ ਜਾਏਗਾ ਤਾਂ 20 ਸਾਡੇ ਕੋਲੇ ਰਿਜ਼ਲਟ ਆ ਗਿਆ ਹੈ। ਉਸ ਤੋਂ ਬਾਅਦ ਅਗਲਾ ਪ੍ਰੌਂਪਟ ਤੇ ਐਕਸਪ੍ਰੈਸ਼ਨ ਲਿਖਿਆ ਹੈ ਬ੍ਰੈਕਟ ਦੇ ਵਿੱਚ 50 - 5 × 6, ਬ੍ਰੈਕਟ ਨੂੰ ਬੰਦ ਕੀਤਾ ਹੈ /4। ਬੋਰਡ ਮਾਸ ਦਾ ਜਿਹੜਾ ਤਰੀਕਾ ਹੁੰਦਾ ਹੈ ਉਸ ਤਰੀਕੇ ਨਾਲ ਇਹ ਐਕਸਪ੍ਰੈਸ਼ਨ ਸੋਲਵ ਹੋਏਗਾ ਔਰ ਇਸ ਦਾ ਰਿਜ਼ਲਟ ਜਿਹੜਾ ਹੈ ਸਾਡੇ ਕੋਲੇ 5.0 ਆ ਜਾਏਗਾ। ਜਦੋਂ ਵੀ ਅਸੀਂ ਡਿਵੀਜ਼ਨ ਦਾ ਸਾਈਨ ਯੂਜ਼ ਕਰਦੇ ਹਾਂ ਤਾਂ ਜਿਹੜਾ ਆਨਸਰ ਹੈ ਉਹ ਫਲੋਟਿੰਗ ਪੁਆਇੰਟ ਦੇ ਵਿੱਚ ਆਉਂਦਾ ਹੈ ਤਾਂ 5.0 ਸਾਡੇ ਕੋਲੇ ਆਨਸਰ ਆ ਗਿਆ ਹੈ। ਉਸੇ ਤਰੀਕੇ ਨਾਲ ਪ੍ਰੌਂਪਟ ਦੇ ਉੱਪਰ ਲਿਖਿਆ ਹੈ 8/5 ਔਰ ਇਸ ਦਾ ਆਨਸਰ ਐਂਟਰ ਪ੍ਰੈਸ ਕਰਨ ਤੋਂ ਬਾਅਦ 1.6 ਸਾਡੇ ਕੋਲੇ ਆ ਜਾਣਾ ਹੈ। ਇਹਨਾਂ ਸਾਰੀਆਂ ਸਟੇਟਮੈਂਟਾਂ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਹੈ ਜਦੋਂ ਅਸੀਂ ਪਾਈਥਨ ਇੰਟਰੈਕਟਿਵ ਮੋਡ ਦੇ ਅੰਦਰ ਜਾਂ ਪਾਈਥਨ ਸ਼ੈਲ ਦੇ ਪ੍ਰੌਂਪਟ ਦੇ ਉੱਪਰ ਕੋਈ ਵੀ ਮੈਥਮੈਟੀਕਲ ਐਕਸਪ੍ਰੈਸ਼ਨ ਲਿਖਦੇ ਹਾਂ ਔਰ ਐਂਟਰ ਪ੍ਰੈਸ ਕਰਨ ਤੋਂ ਬਾਅਦ ਉਸ ਦਾ ਰਿਜ਼ਲਟ ਸਾਡੇ ਕੋਲੇ ਸਕਰੀਨ ਤੇ ਆ ਜਾਂਦਾ ਹੈ ਤਾਂ ਪਾਈਥਨ ਜਿਹੜਾ ਹੈ ਇੰਟਰਪ੍ਰੇਟਰ ਇਸ ਤਰੀਕੇ ਨਾਲ ਕੰਮ ਕਰਦਾ ਹੈ। ਯਾਦ ਰੱਖਣਯੋਗ ਗੱਲ ਇਹ ਹੈ ਕਿ ਪਾਈਥਨ ਕਮਾਂਡ ਪ੍ਰੌਂਪਟ ਤੇ ਜਾਂ ਇੰਟਰੈਕਟਿਵ ਮੋਡ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਅਸੀਂ ਇਨਸਟਰਕਸ਼ਨਸ ਨੂੰ ਸੇਵ ਨਹੀਂ ਕਰ ਸਕਦੇ ਅਤੇ ਨਾ ਹੀ ਉਹਨਾਂ ਦੇ ਵਿੱਚ ਕੋਈ ਮੋਡੀਫਿਕੇਸ਼ਨ ਕਰ ਸਕਦੇ ਹਾਂ। ਤਾਂ ਇੰਟਰੈਕਟਿਵ ਮੋਡ ਦੇ ਵਿੱਚ ਪ੍ਰੋਗਰਾਮ ਸਾਡਾ ਸੇਵ ਨਹੀਂ ਹੁੰਦਾ, ਯਾਨੀ ਕਿ ਉਸ ਨੂੰ ਅਸੀਂ ਸੈਕੰਡਰੀ ਸਟੋਰੇਜ ਦੇ ਵਿੱਚ ਨਹੀਂ ਰੱਖ ਸਕਦੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਕਿਸੇ ਵੀ ਇੰਟੀਜਰ ਵੈਲਿਊ ਨੂੰ ਜਦੋਂ ਅਸੀਂ ਡਿਵੀਜ਼ਨ ਦਾ ਆਪਰੇਸ਼ਨ ਪਰਫਾਰਮ ਕਰਦੇ ਹਾਂ, ਯਾਨੀ ਕਿ ਜਦੋਂ ਵੀ ਅਸੀਂ ਕਿਸੇ ਵੈਲਿਊ ਨੂੰ ਡਿਵਾਈਡ ਕਰਦੇ ਹਾਂ, ਜਿਵੇਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ 17 / 3 ਤਾਂ ਉਸ ਦਾ ਜਿਹੜਾ ਆਨਸਰ ਹੈ ਉਹ ਹਮੇਸ਼ਾ ਫਲੋਟਿੰਗ ਪੁਆਇੰਟ ਦੇ ਵਿੱਚ ਆਏਗਾ। ਤਾਂ ਪਾਈਥਨ ਇੰਟਰਪ੍ਰੇਟਰ ਤੇ ਜਦੋਂ ਵੀ ਡਿਵੀਜ਼ਨ ਆਪਰੇਸ਼ਨ ਪਰਫਾਰਮ ਕੀਤਾ ਜਾਂਦਾ ਹੈ, ਇਹ ਗੱਲ ਯਾਦ ਰੱਖਣਯੋਗ ਹੈ, ਜਿਹੜਾ ਉਸ ਦਾ ਉੱਤਰ ਹੈ ਜਾਂ ਉਹਦਾ ਆਨਸਰ ਹੈ ਉਹ ਹਮੇਸ਼ਾ ਫਲੋਟਿੰਗ ਪੁਆਇੰਟ ਵੈਲਿਊ ਦੇ ਵਿੱਚ ਆਉਂਦਾ ਹੈ। ਦੂਸਰੀ ਗੱਲ, ਜਦੋਂ ਅਸੀਂ ਫਲੋਰ ਡਿਵੀਜ਼ਨ ਪਰਫਾਰਮ ਕਰਦੇ ਹਾਂ, ਫਲੋਰ ਡਿਵੀਜ਼ਨ ਦਾ ਮਤਲਬ ਹੈ ਜਦੋਂ ਅਸੀਂ ਡਿਵੀਜ਼ਨ ਦਾ ਸਾਈਨ 2 ਵਾਰ ਯੂਜ਼ ਕਰਦੇ ਹਾਂ ਉਸ ਸਮੇਂ ਸਾਡੇ ਕੋਲੇ ਜਿਹੜਾ ਹੈ ਫ੍ਰੈਕਸ਼ਨਲ ਪਾਰਟ ਹੈ ਉਸ ਨੂੰ ਇੰਟਰਪ੍ਰੇਟਰ ਖਤਮ ਕਰ ਦਿੰਦਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ 17 ਨੂੰ ਆਪਾਂ ਫਲੋਰ ਡਿਵੀਜ਼ਨ ਪਰਫਾਰਮ ਕੀਤੀ ਹੈ, ਡਬਲ ਸਾਈਨ ਲਗਾਇਆ ਹੈ ਡਿਵੀਜ਼ਨ ਦਾ, ਤਾਂ ਉਸ ਨੂੰ ਜਦੋਂ 3 ਨਾਲ ਫਲੋਰ ਡਿਵੀਜ਼ਨ ਕਰਦੇ ਹਾਂ ਤਾਂ ਜਿਹੜਾ ਉਸ ਦਾ ਆਨਸਰ ਹੈ ਸਾਡੇ ਕੋਲੇ ਉਹ 5 ਆਇਆ ਹੈ। ਜਿਹੜਾ ਫ੍ਰੈਕਸ਼ਨਲ ਪਾਰਟ ਹੈ ਉਸ ਨੂੰ ਇੰਟਰਪ੍ਰੇਟਰ ਨੇ ਡਿਸਕਾਰਡ ਕਰ ਦਿੱਤਾ ਹੈ। ਤੀਸਰੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਪ੍ਰੌਂਪਟ ਦੇ ਉੱਪਰ ਜਦੋਂ 17 ਨੂੰ ਮੋਡੂਲਸ ਆਪਰੇਸ਼ਨ ਪਰਫਾਰਮ ਕੀਤਾ ਹੈ ਤਾਂ ਸਾਡੇ ਕੋਲੇ ਰਿਮਾਈਂਡਰ ਕੈਲਕੂਲੇਸ਼ਨ ਆਉਂਦੀ ਹੈ। ਜਦੋਂ 17 ਨੂੰ 3 ਨਾਲ ਡਿਵਾਈਡ ਕਰਦੇ ਹਾਂ ਤਾਂ ਜਿਹੜਾ ਰਿਮਾਈਂਡਰ ਬਚਦਾ ਹੈ ਉਹ 2 ਬਚਦਾ ਹੈ। ਉਸੇ ਤਰੀਕੇ ਨਾਲ ਥੱਲੇ ਆਪਾਂ ਐਕਸਪ੍ਰੈਸ਼ਨ ਪਰਫਾਰਮ ਕੀਤਾ ਹੈ 5 × 3 + 2। ਸਭ ਤੋਂ ਪਹਿਲਾਂ 5 ਨੂੰ 3 ਨਾਲ ਮਲਟੀਪਲੀਕੇਸ਼ਨ ਕੀਤੀ ਜਾਏਗੀ। 5 × 3 ਜਿਹੜਾ ਹੈ ਉਹ 15 ਹੁੰਦਾ ਹੈ। ਉਸ ਤੋਂ ਬਾਅਦ ਉਸ ਦੇ ਵਿੱਚ 2 ਨੂੰ ਜੋੜ ਦਿੱਤਾ ਜਾਂਦਾ ਹੈ ਤਾਂ 17 ਬਣਦਾ ਹੈ। ਤਾਂ ਇਸ ਤਰੀਕੇ ਨਾਲ ਸਾਡੇ ਕੋਲੇ ਇੰਟਰੈਕਟਿਵ ਮੋਡ ਦੇ ਵਿੱਚ ਅਰਥਮੈਟਿਕਲ ਆਪਰੇਸ਼ਨ ਪਰਫਾਰਮ ਹੁੰਦੇ ਹਨ। With Python, it is possible to use the double asterisk sign
ਔਰ ਆਪਰੇਟਰ ਟੂ ਕੈਲਕੂਲੇਟ ਦਾ ਪਾਵਰਸ। ਤਾਂ ਸਾਡੇ ਕੋਲੇ ਪਾਈਥਨ ਇੰਟਰਪ੍ਰੇਟਰ ਦੀ ਵਰਤੋਂ ਜਦੋਂ ਅਸੀਂ ਇੰਟਰੈਕਟਿਵ ਮੋਡ ਦੇ ਵਿੱਚ ਕਰਦੇ ਹਾਂ ਜਾਂ ਸ਼ੈਲ 'ਤੇ ਕਰਦੇ ਹਾਂ ਤਾਂ ਇਹ ਪੋਸੀਬਿਲਿਟੀ ਹੈ ਕਿ ਡਬਲ ਐਸਟਰਿਕ ਸਾਈਨ ਦੀ ਵਰਤੋਂ ਕਰਕੇ ਜਾਂ ਡਬਲ ਮਲਟੀਪਲੀਕੇਸ਼ਨ ਸਾਈਨ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਇੰਟੀਜਰ ਨੰਬਰ ਦੀ ਜਿਹੜੀ ਹੈ ਉਹ ਪਾਵਰ ਕੈਲਕੂਲੇਟ ਕਰ ਸਕਦੇ ਹਾਂ। ਜਿਵੇਂ ਤੁਸੀਂ ਪ੍ਰੌਂਪਟ ਤੇ ਦੇਖ ਰਹੇ ਹੋ 5 ਡਬਲ ਐਸਟਰਿਕ ਸਾਈਨ 2 ਯਾਨੀ 5 ਦੀ ਪਾਵਰ 2 ਜਿਹੜੀ ਕਿ ਸਾਡੇ ਕੋਲੇ 25 ਹੁੰਦੀ ਹੈ। ਉਸੇ ਤਰੀਕੇ ਨਾਲ ਪ੍ਰੌਂਪਟ ਤੇ ਲਿਖਿਆ ਹੈ 2 ਡਬਲ ਐਸਟਰਿਕ ਸਾਈਨ 7 ਯਾਨੀ 2 ਦੀ ਪਾਵਰ 7। ਜਦੋਂ ਅਸੀਂ 2 ਨੂੰ 7 ਵਾਰ ਗੁਣਾ ਕਰਾਂਗੇ ਤਾਂ ਜਿਹੜਾ ਸਾਡਾ ਆਨਸਰ ਹੁੰਦਾ ਹੈ 128 ਹੁੰਦਾ ਹੈ, ਭਾਵ 2 ਦੀ ਪਾਵਰ 7 128 ਕੈਲਕੂਲੇਟ ਹੁੰਦੀ ਹੈ। ਨੈਕਸਟ ਪੁਆਇੰਟ ਇਜ਼ the equal to sign is used to assign a value to a variable. Afterwards, no result is displayed before the next interactive prompt. ਇਹ ਬੜੀ ਗੱਲ ਇੰਪੋਰਟੈਂਟ ਹੈ, ਇਸ ਨੂੰ ਧਿਆਨ ਨਾਲ ਸਮਝੋ। ਇਕੁਅਲ ਟੂ ਸਾਈਨ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਵੈਰੀਏਬਲ ਨੂੰ ਕੋਈ ਵੈਲਿਊ ਅਸਾਈਨ ਕਰ ਸਕਦੇ ਹਾਂ। ਜਿਸ ਸਮੇਂ ਅਸੀਂ ਵੈਲਿਊ ਅਸਾਈਨ ਕਰਦੇ ਹਾਂ ਉਸ ਤੋਂ ਬਾਅਦ ਇੰਟਰੈਕਟਿਵ ਮੋਡ ਦੇ ਉੱਪਰ ਕੋਈ ਰਿਜ਼ਲਟ ਡਿਸਪਲੇ ਨਹੀਂ ਹੁੰਦਾ, ਭਾਵ ਵੈਲਿਊ ਜਿਹੜੀ ਹੈ ਵੈਰੀਏਬਲ ਨੂੰ ਅਸਾਈਨ ਹੋ ਜਾਂਦੀ ਹੈ, ਮੈਮਰੀ ਦੇ ਵਿੱਚ ਸਟੋਰ ਹੋ ਜਾਂਦੀ ਹੈ। ਤਾਂ ਜਿੰਨਾ ਚਿਰ ਅਸੀਂ ਵੈਰੀਏਬਲ ਅਸਾਈਨ ਕਰਦੇ ਹਾਂ ਜਾਂ ਅਸਾਈਨਮੈਂਟ ਆਪਰੇਸ਼ਨ ਪਰਫਾਰਮ ਹੁੰਦਾ ਹੈ ਉਸ ਤੋਂ ਬਾਅਦ ਇੰਟਰੈਕਟਿਵ ਪ੍ਰੌਂਪਟ ਦੇ ਉੱਪਰ ਕੋਈ ਰਿਜ਼ਲਟ ਡਿਸਪਲੇ ਨਹੀਂ ਹੁੰਦਾ, ਉਹ ਵੈਲਿਊ ਮੈਮਰੀ ਦੇ ਵਿੱਚ ਅਸਾਈਨ ਹੋ ਜਾਂਦੀ ਹੈ। ਉਦਾਹਰਨ ਤੁਸੀਂ ਦੇਖੋ, ਪ੍ਰੌਂਪਟ ਦੇ ਉੱਪਰ ਲਿਖਿਆ ਹੈ ਵਿਡਥ ਅਸਾਈਨ ਕੀਤੀ ਹੈ ਵੈਲਿਊ 20, ਉਸ ਤੋਂ ਬਾਅਦ ਹਾਈਟ ਨੂੰ ਅਸੀਂ ਵੈਲਿਊ ਅਸਾਈਨ ਕੀਤੀ ਹੈ 5 ਮਲਟੀਪਲਾਈ ਬਾਈ 9 ਯਾਨੀ 5 ਦੀ ਮਲਟੀਪਲੀਕੇਸ਼ਨ ਜਦੋਂ 9 ਨਾਲ ਹੋ ਜਾਏਗੀ ਉਹ ਵੈਲਿਊ ਹਾਈਟ ਦੇ ਵਿੱਚ ਚਲੀ ਜਾਏਗੀ। ਉਸ ਤੋਂ ਬਾਅਦ ਅਸੀਂ ਪ੍ਰੌਂਪਟ ਦੇ ਉੱਪਰ ਵਿਡਥ ਮਲਟੀਪਲਾਈ ਬਾਈ ਹਾਈਟ ਕੀਤਾ ਹੈ ਯਾਨੀ 20 ਜਿਹੜਾ ਹੈ ਉਹ ਮਲਟੀਪਲਾਈ ਬਾਈ ਹੋ ਜਾਏਗਾ 45 ਦੇ ਨਾਲ ਤੇ ਆਨਸਰ ਸਾਡੇ ਕੋਲੇ 900 ਆ ਜਾਂਦਾ ਹੈ। ਤਾਂ ਇਹਨਾਂ ਸਟੇਟਮੈਂਟਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਕਿਸੇ ਵੈਰੀਏਬਲ ਨੂੰ ਵੈਲਿਊ ਅਸਾਈਨ ਕਰਨੀ ਹੈ ਉਸ ਦੇ ਲਈ ਅਸੀਂ ਇਕੁਅਲ ਟੂ ਦਾ ਸਾਈਨ ਯੂਜ਼ ਕਰਦੇ ਹਾਂ ਤੇ ਵੈਲਿਊ ਅਸਾਈਨ ਕਰਦੇ ਸਮੇਂ ਉਹ ਵੈਲਿਊ ਮੈਮਰੀ ਦੇ ਵਿੱਚ ਉਸ ਵੈਰੀਏਬਲ ਦੇ ਲੋਕੇਸ਼ਨ ਦੇ ਉੱਪਰ ਸਟੋਰ ਹੋ ਜਾਂਦੀ ਹੈ ਔਰ ਉਸ ਵੈਲਿਊ ਦਾ ਪ੍ਰਯੋਗ ਅਸੀਂ ਪ੍ਰੋਗਰਾਮਿੰਗ ਸਟੇਟਮੈਂਟ ਦੇ ਅੰਦਰ ਕਰ ਸਕਦੇ ਹਾਂ ਔਰ ਉਸ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਹੀ ਹੈ। ਨੈਕਸਟ ਪੁਆਇੰਟ ਇਜ਼ ਇਫ ਵੈਰੀਏਬਲ ਇਜ਼ ਨਾਟ ਡਿਫਾਈਨਡ trying to use it will give you an error। ਇਸ ਦਾ ਮਤਲਬ ਇਹ ਹੈ ਜਦੋਂ ਅਸੀਂ ਇੰਟਰੈਕਟਿਵ ਮੋਡ ਦੇ ਵਿੱਚ ਪ੍ਰੋਗਰਾਮਿੰਗ ਸਟੇਟਮੈਂਟ ਦੇ ਅੰਦਰ ਕਿਸੇ ਵੈਰੀਏਬਲ ਦੀ ਵਰਤੋਂ ਕਰਦੇ ਹਾਂ ਔਰ ਉਸ ਨੂੰ ਅਸੀਂ ਕੋਈ ਵੈਲਿਊ ਅਸਾਈਨ ਨਹੀਂ ਕਰਦੇ ਤਾਂ ਉਹ ਪ੍ਰੌਂਪਟ ਦੇ ਉੱਪਰ ਐਰਰ ਮੈਸੇਜ ਡਿਸਪਲੇ ਹੁੰਦਾ ਹੈ, ਭਾਵ ਉਹ ਵੈਰੀਏਬਲ ਡਿਫਾਈਨ ਹੀ ਨਹੀਂ ਹੋਇਆ ਹੁੰਦਾ। ਤਾਂ ਇਸ ਤਰੀਕੇ ਨਾਲ ਜਦੋਂ ਅਸੀਂ ਕੋਈ ਸਟੇਟਮੈਂਟ ਯੂਜ਼ ਕਰਾਂਗੇ ਉਸ ਸਮੇਂ ਸਾਨੂੰ ਇੰਟਰਪ੍ਰੇਟਰ ਐਰਰ ਮੈਸੇਜ ਡਿਸਪਲੇ ਕਰਦਾ ਹੈ। ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪ੍ਰੌਂਪਟ ਦੇ ਉੱਪਰ n ਵੈਰੀਏਬਲ ਦਾ ਨਾਮ ਲਿਖਿਆ ਹੋਇਆ ਹੈ ਪਰ ਅਸੀਂ ਉਸ ਨੂੰ ਕੋਈ ਵੈਲਿਊ ਅਸਾਈਨ ਨਹੀਂ ਕੀਤੀ ਤਾਂ ਸਾਡੇ ਸਾਹਮਣੇ ਸਕਰੀਨ ਦੇ ਉੱਤੇ ਅਨਡਿਫਾਈਨਡ ਵੈਰੀਏਬਲ ਦੀ ਜਿਹੜੀ ਹੈ ਐਰਰ ਹੈ ਉਹ ਡਿਸਪਲੇ ਹੋ ਗਈ ਹੈ। ਤਾਂ ਇਹ ਗੱਲ ਯਾਦ ਰੱਖਿਓ, ਜਦੋਂ ਅਸੀਂ ਕੋਈ ਵੈਰੀਏਬਲ ਪ੍ਰੌਂਪਟ ਦੇ ਉੱਪਰ ਲਿਖਦੇ ਹਾਂ ਔਰ ਉਸ ਨੂੰ ਅਸੀਂ ਕੋਈ ਵੈਲਿਊ ਅਸਾਈਨ ਨਹੀਂ ਕਰਦੇ ਤਾਂ ਸਾਡੇ ਕੋਲੇ ਨੈਕਸਟ ਲਾਈਨ ਦੇ ਵਿੱਚ ਕੋਈ ਐਰਰ ਮੈਸੇਜ ਡਿਸਪਲੇ ਹੋ ਜਾਏਗਾ। ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ ਪ੍ਰੋਗਰਾਮਿੰਗ ਦੇ ਅੰਦਰ। ਨੈਕਸਟ ਪੁਆਇੰਟ ਇਜ਼ ਦੇयर ਇਜ਼ ਫੁੱਲ ਸਪੋਰਟ ਫॉर ਫਲੋਟਿੰਗ ਪੁਆਇੰਟ ਆਪਰੇਟਰਸ ਵਿਦ ਮਿਕਸਡ ਟਾਈਪ ਆਪਰੈਂਟਸ ਕਨਵਰਟ ਦਾ ਇੰਟੀਜਰ ਆਪਰੈਂਟ ਟੂ ਫਲੋਟਿੰਗ ਪੁਆਇੰਟ। ਇਸ ਸਟੇਟਮੈਂਟ ਦਾ ਅਰਥ ਇਹ ਨਿਕਲਦਾ ਹੈ ਕਿ ਪਾਈਥਨ ਇੰਟਰਪ੍ਰੇਟਰ ਫਲੋਟਿੰਗ ਪੁਆਇੰਟ ਵੈਲਿਊ ਨੂੰ ਵੀ ਸਪੋਰਟ ਕਰਦਾ ਹੈ। ਜਦੋਂ ਅਸੀਂ ਕਿਸੇ ਐਕਸਪ੍ਰੈਸ਼ਨ ਦੇ ਅੰਦਰ ਇੰਟੀਜਰ ਵੈਲਿਊ ਦੀ ਵਰਤੋਂ ਵੀ ਕਰਦੇ ਹਾਂ ਅਤੇ ਨਾਲ ਹੀ ਫਲੋਟਿੰਗ ਪੁਆਇੰਟ ਵੈਲਿਊ ਦੀ ਵਰਤੋਂ ਵੀ ਕਰਦੇ ਹਾਂ ਤਾਂ ਜਿਹੜਾ ਇੰਟੀਜਰ ਵੈਲਿਊ ਹੈ ਉਹ ਆਪਣੇ ਆਪ ਦੇ ਵਿੱਚ ਫਲੋਟਿੰਗ ਪੁਆਇੰਟ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਜਿਵੇਂ ਸਕਰੀਨ ਤੇ ਇੱਕ ਐਕਸਪ੍ਰੈਸ਼ਨ ਲਿਖਿਆ ਹੋਇਆ ਹੈ 4 ਮਲਟੀਪਲਾਈ ਬਾਈ 3.75 ਮਾਈਨਸ 1 ਤਾਂ ਜਦੋਂ 4 ਨੂੰ 3.75 ਨਾਲ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਉਸ ਦਾ ਆਨਸਰ ਹੈ 15 ਉਹ ਫਲੋਟਿੰਗ ਪੁਆਇੰਟ ਦੇ ਵਿੱਚ ਆਏਗਾ ਔਰ ਉਸ ਦੇ ਵਿੱਚੋਂ ਜਦੋਂ ਅਸੀਂ 1 ਨੂੰ ਮਾਈਨਸ ਕਰ ਦੇਵਾਂਗੇ ਤਾਂ ਜਿਹੜਾ ਸਾਡਾ ਕੰਪਲੀਟ ਆਨਸਰ ਹੈ 14.0 ਆ ਜਾਏਗਾ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਕਿਸੇ ਇੰਟੀਜਰ ਵੈਲਿਊ ਨੂੰ ਫਲੋਟਿੰਗ ਪੁਆਇੰਟ ਵੈਲਿਊ ਨਾਲ ਮਲਟੀਪਲਾਈ ਕਰਦੇ ਹਾਂ ਜਾਂ ਕੋਈ ਹੋਰ ਆਪਰੇਸ਼ਨ ਪਰਫਾਰਮ ਕਰਦੇ ਹਾਂ ਤਾਂ ਜਿਹੜੀ ਇੰਟੀਜਰ ਵੈਲਿਊ ਹੈ ਉਹ ਫਲੋਟਿੰਗ ਪੁਆਇੰਟ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਤਾਂ ਜਿਹੜਾ ਪਾਈਥਨ ਇੰਟਰਪ੍ਰੇਟਰ ਹੈ ਉਹ ਇਸ ਗੱਲ ਨੂੰ ਸਪੋਰਟ ਕਰਦਾ ਹੈ। ਆਮ ਸ਼ਬਦਾਂ ਦੇ ਵਿੱਚ ਇਸ ਦਾ ਅਰਥ ਇਹ ਨਿਕਲਦਾ ਹੈ ਜਦੋਂ ਐਕਸਪ੍ਰੈਸ਼ਨ ਦੇ ਅੰਦਰ ਇੰਟੀਜਰ ਵੈਲਿਊ ਵੀ ਹੁੰਦੀ ਹੈ
ਔਰ ਫਲੋਟਿੰਗ ਪੁਆਇੰਟ ਵੈਲਿਊ ਵੀ ਹੁੰਦੀ ਹੈ, ਭਾਵ ਐਕਸਪ੍ਰੈਸ਼ਨ ਜਿਹੜਾ ਹੈ ਉਹ ਮਿਕਸਡ ਹੁੰਦਾ ਹੈ ਤਾਂ ਜਿਹੜਾ ਉਸ ਦਾ ਨਤੀਜਾ ਹੈ ਉਹ ਫਲੋਟਿੰਗ ਪੁਆਇੰਟ ਦੇ ਵਿੱਚ ਆਉਂਦਾ ਹੈ। ਤਾਂ ਇਸ ਗੱਲ ਨੂੰ ਯਾਦ ਰੱਖਿਓ, ਮਿਕਸਡ ਐਕਸਪ੍ਰੈਸ਼ਨ ਦੇ ਵਿੱਚ ਫਲੋਟਿੰਗ ਪੁਆਇੰਟ ਵੈਲਿਊ ਨੂੰ ਤਰਜੀਹ ਮਿਲਦੀ ਹੈ। ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪਾਈਥਨ ਇੰਟਰਪ੍ਰੀਟਰ ਨਾਲ ਸੰਬੰਧਿਤ ਕੁਝ ਮੁੱਖ ਗੱਲਾਂ ਸਾਹਮਣੇ ਰੱਖੀਆਂ ਹਨ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਸਮਝ ਆਈਆਂ ਹੋਣਗੀਆਂ। ਤਾਂ ਮੈਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਹੋਰ ਵੀਡੀਓਜ਼ ਦੇ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ।